ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਆਤਮ ਗਿਆਨ ਦੇ ਤਜਰਬੇ ਦੀ, ਜਿਸ ਬਾਰੇ ਕਈ ਲੋਕ ਸਵਾਲ ਵੀ ਕਰਦੇ ਹਨ ਕਿ ਆਤਮ ਗਿਆਨ ਦਾ ਤਜਰਬਾ ਕਿਵੇਂ ਹੁੰਦਾ ਹੈ। ਸੁਣਨ ਦਾ ਤਜਰਬਾ ਜਾਂ ਆਤਮਾ ਦਾ ਤਜਰਬਾ ਕੀ ਹੁੰਦਾ ਹੈ। ਕਿੱਦਾਂ ਪਤਾ ਲੱਗੇ ਕਿ ਜਦ ਆਤਮਾ ਦਾ ਤਜਰਬਾ ਜਾਂ ਕਿਸੇ ਨੂੰ ਆਤਮ ਗਿਆਨ ਦਾ ਤਜਰਬਾ ਹੁੰਦਾ ਹੈ ਤਾਂ ਉਸ ਸਮੇਂ ਕਿਸ ਤਰ੍ਹਾਂ ਦੀ ਅਵਸਥਾ ਹੁੰਦੀ ਹੈ, ਕਿੱਦਾਂ ਦੇ ਅਨੁਭਵ ਹੁੰਦੇ ਹਨ। ਸੰਗਤ ਜੀ, ਦੁਨੀਆ ਵਿੱਚ ਹਰ ਤਰ੍ਹਾਂ ਦੇ ਗਿਆਨ ਦੀ ਵਿਆਖਿਆ ਕੀਤੀ ਜਾ ਸਕਦੀ ਹੈ, ਪਰ ਗੱਲ ਜੇ ਆਤਮ ਗਿਆਨ ਦੀ ਹੋਵੇ ਤਾਂ ਇਸ ਤਜਰਬੇ ਬਾਰੇ ਤਾਂ ਦੱਸਿਆ ਹੀ ਨਹੀਂ ਜਾ ਸਕਦਾ, ਕਿਉਂਕਿ ਆਤਮ ਗਿਆਨ ਦੀ ਅਵਸਥਾ ਵਿੱਚ ਤਜਰਬੇ ਵਰਗਾ ਕੁਝ ਹੁੰਦਾ ਹੀ ਨਹੀਂ ਹੈ। ਜਿੱਦਾਂ ਇੱਕ ਵਰਡ ਹੈ ਜ਼ੀਰੋ, ਤੁਸੀਂ ਇਸ ਵਰਡ ਤੋਂ ਹੀ ਸਮਝ ਸਕਦੇ ਹੋ ਕਿ ਕੁਝ ਵੀ ਨਹੀਂ। ਜਿੱਥੇ ਕੁਝ ਵੀ ਨਹੀਂ ਉੱਥੇ ਕੋਈ ਤਜਰਬਾ ਵੀ ਨਹੀਂ ਹੋਵੇਗਾ। ਤੁਸੀਂ ਕੀ ਸੋਚਦੇ ਹੋ, ਆਤਮ ਗਿਆਨ ਕਿਸ ਨੂੰ ਹੁੰਦਾ ਹੈ? ਤੁਸੀਂ ਕੁਝ ਸਾਲਾਂ ਲਈ ਤਪ ਜਾਂ ਧਿਆਨ ਕਰੋਗੇ ਤਾਂ ਤੁਹਾਡੇ 7 ਚੱਕਰ ਖੁੱਲਣ ਤੋਂ ਬਾਅਦ ਜਦੋਂ ਤੁਹਾਨੂੰ ਆਤਮਾ ਦਾ ਤਜਰਬਾ ਹੋਵੇਗਾ ਤੇ ਕੀ ਤੁਸੀਂ ਕੁਝ ਕਿਸੇ ਨੂੰ ਦੱਸ ਵੀ ਸਕੋਗੇ? ਪਹਿਲੀ ਗੱਲ, ਤੁਹਾਨੂੰ ਆਤਮਾ ਦਾ ਤਜਰਬਾ ਹੋਵੇਗਾ ਹੀ ਨਹੀਂ, ਕਿਉਂਕਿ ਉੱਥੇ ਤੁਸੀਂ ਮਤਲਬ ਮੈਂ ਉੱਥੇ ਹੋਵੇਗੀ ਹੀ ਨਹੀਂ। ਦੁਨੀਆ ਵਿੱਚ ਜਿੰਨੇ ਵੀ ਤਜਰਬੇ ਹੁੰਦੇ ਹਨ ਉਹ ਸਭ ਤਜਰਬੇ ਤੁਹਾਡੀ ਮੈਂ ਨੂੰ ਹੁੰਦੇ ਹਨ। ਮੈਂ ਮਤਲਬ ਕਿ ਤੁਹਾਡਾ ਮਨ। ਅਧਿਆਤਮ ਮਾਰਗ ਦਾ ਤੁਸੀਂ ਇੰਨਾ ਬੇਸਿਕ ਮਤਲਬ ਤੇ ਜਾਣਦੇ ਹੀ ਹੋਵੋਗੇ ਕਿ ਆਤਮ ਗਿਆਨ ਦੇ ਦਰਵਾਜ਼ੇ ਤੇ ਪਹੁੰਚਣ ਲਈ ਤੁਸੀਂ ਆਪਣੇ ਮਨ ਅਤੇ ਦਿਮਾਗ ਨੂੰ ਨਾਲ ਲੈ ਕੇ ਨਹੀਂ ਜਾ ਸਕਦੇ। ਤੁਹਾਨੂੰ ਸਮਾਜ ਵੱਲੋਂ ਦਿੱਤੇ ਗਏ ਸਭ ਵਹਿਮ ਭਰਮ ਵਿਚਾਰਾਂ ਨੂੰ ਪਹਿਲਾਂ ਛੱਡਣਾ ਪਏਗਾ ਅਤੇ ਕਈ ਮਾਨਤਾਵਾਂ ਨੂੰ ਸਾਡਾ ਮਨ ਵੀ ਬਣਾਈ ਬੈਠਾ ਹੁੰਦਾ ਹੈ। ਅਸੀਂ ਉਹਨਾਂ ਨੂੰ ਵੀ ਨਾਲ ਲੈ ਕੇ ਨਹੀਂ ਚੱਲ ਸਕਦੇ, ਉਹਨਾਂ ਨੂੰ ਵੀ ਛੱਡਣਾ ਪਵੇਗਾ। ਆਤਮ ਗਿਆਨ ਦੇ ਦਰਬਾਰ ਤੱਕ ਪਹੁੰਚਣ ਲਈ ਤੁਹਾਡਾ ਪੂਰੀ ਤਰ੍ਹਾਂ ਅੰਦਰੋਂ ਖਤਮ ਹੋਣਾ ਜ਼ਰੂਰੀ ਹੈ। ਤੇ ਜਦੋਂ ਸਭ ਕੁਝ ਖਤਮ ਹੀ ਹੋ ਜਾਂਦਾ ਹੈ ਤੇ ਫਿਰ ਕਿਸ ਤਰ੍ਹਾਂ ਦਾ ਤਜਰਬਾ, ਕਿਸ ਨੂੰ ਤਜਰਬਾ, ਕੌਣ ਰਹਿ ਗਿਆ ਤਜਰਬਾ ਕਰਨ ਵਾਲਾ? ਤੁਹਾਡੇ ਮਨ ਨੇ ਬਹੁਤ ਸਾਰੀਆਂ ਯਾਦਾਂ ਨੂੰ ਜਮ੍ਹਾਂ ਕਰਕੇ ਰੱਖਿਆ ਹੋਇਆ ਹੈ। ਇੱਦਾਂ ਦੀਆਂ ਬਹੁਤ ਸਾਰੀਆਂ ਯਾਦਾਂ ਹਨ ਜਿਨ੍ਹਾਂ ਨੂੰ ਤੁਸੀਂ ਜਦ ਮਰਜ਼ੀ ਤਾਜ਼ਾ ਕਰ ਸਕਦੇ ਹੋ। ਇਹ ਤੇ ਤੁਹਾਡਾ ਨਾਰਮਲ ਮਨ ਹੈ। ਪਰ ਜੇ ਗੱਲ ਅਸੀਂ ਕਰੀਏ ਸਬਕੌਂਸ਼ੀਅਸ ਮਾਈਂਡ ਦੀ, ਤਾਂ ਉੱਥੇ ਤੁਹਾਡੇ ਜਨਮਾਂ ਦੀ ਮੈਮਰੀ ਸਟੋਰ ਕੀਤੀ ਪਈ ਹੈ। ਮਤਲਬ ਜੇ ਤੁਸੀਂ ਕਿਸੇ ਜਨਮ ਵਿੱਚ ਮਨੁੱਖ ਵੀ ਨਹੀਂ ਰਹੇ ਹੋਵੋਗੇ, ਕੋਈ ਹੋਰ ਜੀਵ ਹੋਵੋਗੇ, ਉੱਥੋਂ ਦੀਆਂ ਵੀ ਯਾਦਾਂ ਤੁਹਾਡੇ ਅਵਚੇਤਨ ਮਨ ਵਿੱਚ ਮੌਜੂਦ ਹਨ। ਤੇ ਅਵਚੇਤਨ ਮਨ ਵਿੱਚ ਪਹੁੰਚਣ ਦਾ ਇੱਕੋ ਹੀ ਤਰੀਕਾ ਹੈ, ਤੁਹਾਨੂੰ ਆਪਣੇ ਕੌਨਸ਼ੀਅਸ ਮਾਈਂਡ ਮਤਲਬ ਕਿ ਚੇਤਨ ਮਨ ਨੂੰ ਖਤਮ ਕਰਨਾ ਪਏਗਾ। ਉਸ ਨੂੰ ਸਵਾਹ ਦੇਣਾ ਹੁੰਦਾ ਹੈ। ਜਦੋਂ ਤੁਹਾਡਾ ਚੇਤਨ ਮਨ ਮਤਲਬ ਕਿ ਨਾਰਮਲ ਮਨ ਸੋ ਜਾਂਦਾ ਹੈ ਤਾਂ ਤੁਹਾਡੀ ਐਂਟਰੀ ਹੁੰਦੀ ਹੈ ਸਬਕੌਂਸ਼ੀਅਸ ਮਾਈਂਡ ਵਿੱਚ। ਉੱਥੇ ਪਹੁੰਚਣ ਤੇ ਤੁਸੀਂ ਆਪਣੀਆਂ ਸਾਰੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਸਕੋਗੇ। ਤੁਸੀਂ ਪਿਛਲੇ ਕਈ ਜਨਮਾਂ ਵਿੱਚ ਕੀ ਕਰ ਰਹੇ ਸੀ ਤੁਸੀਂ ਜਾਣ ਸਕੋਗੇ। ਪਰ ਸਭ ਤਰੀਕਿਆਂ ਤੋਂ ਪਰੇ ਆਤਮ ਗਿਆਨ ਨੂੰ ਪਾਉਣ ਲਈ ਤੁਹਾਨੂੰ ਸਬਕੌਂਸ਼ੀਅਸ ਮਾਈਂਡ ਨੂੰ ਵੀ ਪਿੱਛੇ ਛੱਡਣਾ ਪਵੇਗਾ। ਹਾਲਾਂਕਿ ਤੁਹਾਡਾ ਸਬਕੌਂਸ਼ੀਅਸ ਮਾਈਂਡ ਇੱਕ ਜਵਾਲਾਮੁਖੀ ਦੀ ਤਰ੍ਹਾਂ ਹੈ ਜਿਸ ਵਿੱਚ ਜ਼ਬਰਦਸਤ ਤਾਕਤ ਹੈ। ਉੱਥੇ ਤੱਕ ਪਹੁੰਚ ਕੇ ਮਨੁੱਖ ਕੁਝ ਵੀ ਕਰ ਸਕਦਾ ਹੈ। ਤੁਸੀਂ ਜੋ ਵੀ ਸੋਚ ਸਕਦੇ ਹੋ ਉਹ ਸਭ ਕੁਝ ਹਾਸਿਲ ਵੀ ਕਰ ਸਕਦੇ ਹੋ। ਪਰ ਆਤਮ ਗਿਆਨ ਸਬਕੌਂਸ਼ੀਅਸ ਮਾਈਂਡ ਦੀ ਤਾਕਤ ਨਾਲ ਨਹੀਂ ਪਾਇਆ ਜਾ ਸਕਦਾ। ਆਤਮ ਗਿਆਨ ਤੱਕ ਪਹੁੰਚਣ ਲਈ ਤੁਹਾਡੇ ਸਬਕੌਂਸ਼ੀਅਸ ਮਾਈਂਡ ਨੂੰ ਵੀ ਸਰੈਂਡਰ ਕਰਨਾ ਪਵੇਗਾ। ਹੁਣ ਜਰਾ ਇਸ ਨੂੰ ਇੱਦਾਂ ਸਮਝੀਏ, ਜਦੋਂ ਤੁਹਾਡਾ ਚੇਤਨ ਮਨ ਮਤਲਬ ਤੁਹਾਡਾ ਨਾਰਮਲ ਮਾਈਂਡ, ਜਿੱਥੇ ਤੁਹਾਨੂੰ ਵਿਚਾਰ ਆਉਂਦੇ ਹਨ, ਸੋਚਦੇ ਹੋ, ਆਪਣੀਆਂ ਸਭ ਮੈਮਰੀਜ਼ ਨੂੰ ਜਮ੍ਹਾਂ ਕਰਦੇ ਹੋ, ਹੁਣ ਉਹ ਅਵੇਲੇਬਲ ਹੀ ਨਹੀਂ ਹੈ। ਮਤਲਬ ਜਿੱਥੇ ਤੁਸੀਂ ਜੋ ਵੀ ਯਾਦਾਂ ਰਿਕਾਰਡ ਕਰਦੇ ਹੋ ਉਹ ਹਾਰਡ ਡਿਸਕ ਬੰਦ ਹੋ ਗਈ ਹੈ ਤੇ ਉਸ ਦੇ ਬੰਦ ਹੁੰਦਿਆਂ ਤੁਸੀਂ ਸਬਕੌਂਸ਼ੀਅਸ ਮਾਈਂਡ ਅਵਚੇਤਨ ਮਨ ਵਿੱਚ ਪਹੁੰਚ ਜਾਂਦੇ ਹੋ, ਜੋ ਹੈਗਾ ਤੇ ਬਹੁਤ ਤਾਕਤਵਰ, ਪਰ ਉਹ ਵੀ ਦੁਨਿਆਵੀ ਹੀ ਹੈ। ਤੇ ਜਦੋਂ ਇਹ ਵੀ ਸੋ ਜਾਂਦਾ ਹੈ, ਬੇਸੁਰਤ ਹੋ ਜਾਂਦਾ ਹੈ, ਇਸ ਦੇ ਵੀ ਰਿਕਾਰਡ ਤੇ ਸਟੋਰ ਕਰਨ ਦੀ ਸ਼ਕਤੀ ਖਤਮ ਹੋ ਜਾਂਦੀ ਹੈ। ਉਦੋਂ ਬਾਅਦ ਵਿੱਚ ਜੋ ਵੀ ਤੁਹਾਡੇ ਨਾਲ ਵਾਪਰੇਗਾ, ਜੋ ਤਜਰਬੇ ਹੋਣਗੇ, ਉਹ ਤਜਰਬੇ ਭਲਾ ਕਿੱਥੇ ਰਿਕਾਰਡ ਹੋਣਗੇ ਜਦੋਂ ਕਿ ਤੁਹਾਡੇ ਦੋਵੇਂ ਹੀ ਮਨ ਸੋ ਚੁੱਕੇ ਹਨ, ਬੇਸੁਰਤ ਹਨ। ਮਤਲਬ ਕਿ ਜਦੋਂ ਤੁਹਾਡਾ ਬਾਹਰੀ ਤੇ ਅੰਦਰੂਨੀ ਸਿਸਟਮ ਠਹਿਰ ਜਾਂਦਾ ਹੈ, ਉਦੋਂ ਜੋ ਰਹਿ ਜਾਂਦਾ ਹੈ ਉਸ ਨੂੰ ਹੀ ਜ਼ੀਰੋ ਵਰਡ ਆਖਿਆ ਜਾਂਦਾ ਹੈ। ਮਤਲਬ ਕੁਝ ਵੀ ਨਹੀਂ ਹੈ ਤੇ ਉਸ ਦੇ ਪਾਰ ਹੀ ਆਤਮ ਗਿਆਨ ਪ੍ਰਤੱਖ ਹੈ, ਜਿਸ ਨੂੰ ਦੱਸਣ ਦਾ ਕੋਈ ਤਰੀਕਾ ਨਹੀਂ ਹੈ, ਜਿਸ ਦਾ ਕੋਈ ਤਜਰਬਾ ਨਹੀਂ ਹੈ, ਉਹ ਤੇ ਐਕਸਪੀਰੀਅੰਸ ਲੈਸ ਹੈ। ਹੁਣ ਤੁਸੀਂ ਸੋਚੋਗੇ ਕਿ ਜੋ ਆਤਮ ਗਿਆਨੀ ਹੁੰਦੇ ਹਨ ਉਹਨਾਂ ਕੋਲ ਇੰਨਾ ਗਿਆਨ ਕਿਸ ਤਰ੍ਹਾਂ ਆਉਂਦਾ ਹੈ, ਉਹਨਾਂ ਨੂੰ ਤੇ ਸਭ ਕੁਝ ਯਾਦ ਹੁੰਦਾ ਹੈ। ਨਹੀਂ ਸੰਗਤ ਜੀ, ਜੋ ਅਸਲ ਵਿੱਚ ਆਤਮ ਗਿਆਨੀ ਹੁੰਦਾ ਹੈ ਉਹ ਆਪ ਵੀ ਆਤਮ ਗਿਆਨ ਨਹੀਂ ਦੇ ਸਕਦਾ, ਉਸ ਦਾ ਕੋਈ ਤਜਰਬਾ ਨਹੀਂ ਦੱਸ ਸਕੇਗਾ। ਉਹ ਜੋ ਕੁਝ ਵੀ ਦੱਸਦਾ ਹੈ ਉਹ ਆਤਮ ਗਿਆਨ ਨਹੀਂ ਹੁੰਦਾ, ਉਹ ਸਿਰਫ ਇੱਕ ਗਿਆਨ ਹੈ, ਨੌਲੇਜ ਹੈ। ਇਸ ਤਰ੍ਹਾਂ ਦਾ ਜੋ ਵੀ ਗਿਆਨ ਆਤਮ ਗਿਆਨੀ ਦਿੰਦੇ ਹਨ ਉਹ ਕੇਵਲ ਵਿਗਿਆਨ ਹੈ, ਅਧਿਆਤਮ ਦਾ ਵਿਗਿਆਨ, ਸੰਸਾਰ ਦੀ ਉਪਜ ਦਾ ਗਿਆਨ, ਮਨੁੱਖ ਦੇ ਮਨ ਦਾ ਵਿਗਿਆਨ, ਜਾਂ ਫਿਰ ਥੋੜਾ ਗਹਿਰਾਈ ਵਿੱਚ ਜਾਓਗੇ ਤਾਂ ਸਬਕੌਂਸ਼ੀਅਸ ਮਾਈਂਡ ਦਾ ਵਿਗਿਆਨ। ਦੁਨੀਆ ਵਿੱਚ ਦਿੱਤਾ ਜਾਣ ਵਾਲਾ ਹਰ ਪ੍ਰਕਾਰ ਦਾ ਗਿਆਨ ਇਹ ਕੇਵਲ ਮਨੁੱਖ ਦੇ ਮਨ ਦਾ ਗਿਆਨ ਹੈ। ਤੇ ਜਿਹੜਾ ਗਿਆਨ ਤੁਹਾਨੂੰ ਹੈਰਾਨ ਕਰ ਦੇਵੇ ਉਹ ਤੁਹਾਡੇ ਡੂੰਘੇ ਮਨ ਦਾ ਵਿਗਿਆਨ ਹੈ, ਮਤਲਬ ਕਿ ਤੁਹਾਡੇ ਸਬਕੌਂਸ਼ੀਅਸ ਮਾਈਂਡ ਦਾ, ਜਿਸ ਵਿੱਚ ਤੁਸੀਂ ਬਹੁਤ ਜਲਦੀ ਇੰਪ੍ਰੈਸ ਹੋ ਜਾਂਦੇ ਹੋ। ਗਿਆਨੀ ਪੁਰਖ ਤੱਕ ਕੋਸ਼ਿਸ਼ ਬਹੁਤ ਕਰਦੇ ਹਨ ਉਸ ਨਾ ਦੱਸਣ ਯੋਗ ਨੂੰ ਦੱਸਣ ਦਾ,
ਪਰ ਉਹ ਕਦੇ ਵੀ ਨਹੀਂ ਦੱਸ ਸਕਦੇ। ਅਤੇ ਤੁਹਾਨੂੰ ਜੋ ਕੁੰਡਲਿਨੀ ਦਾ ਗਿਆਨ ਦਿੱਤਾ ਜਾਂਦਾ ਹੈ, ਜਿਸ ਨੂੰ ਅਸੀਂ 7 ਚੱਕਰਾਂ ਵਿੱਚ ਦੱਸਦੇ ਹਾਂ, ਮਤਲਬ ਜੋ ਤੁਹਾਡੇ 7 ਸੂਖਮ ਸਰੀਰ ਹਨ, ਇਹ ਸਭ ਗਿਆਨ ਨੂੰ ਵਿਗਿਆਨ ਨਹੀਂ ਸਮਝ ਸਕਦਾ। ਪਰ ਇਹ ਸਾਨੂੰ ਪਤਾ ਕਿਵੇਂ ਲੱਗਿਆ? ਇਸ ਗਿਆਨ ਦਾ ਸਾਨੂੰ ਪਤਾ ਲੱਗਿਆ ਡੂੰਘੇ ਸਿਮਰਨ ਧਿਆਨ ਵਿੱਚ ਜਾ ਕੇ। ਪਰ ਇਸ ਨੂੰ ਆਤਮ ਗਿਆਨ ਸਮਝਣ ਦੀ ਭੁੱਲ ਨਾ ਕਰਿਓ। ਮਨੁੱਖ ਨੇ ਆਪਣੇ ਅੰਦਰ ਜਾ ਕੇ ਇਹ ਹੀ ਸਮਝਿਆ ਹੈ ਕਿ ਇਹ ਜੋ ਸਰੀਰ ਮੈਂ ਲੈ ਕੇ ਘੁੰਮ ਰਿਹਾ ਹਾਂ, ਮੈਂ ਸਿਰਫ ਇੱਕ ਸਰੀਰ ਨਹੀਂ ਹਾਂ, ਮੈਂ ਇਸ ਦੇ ਇਲਾਵਾ ਵੀ ਕੁਝ ਹੋਰ ਹਾਂ। ਤੇ ਇਸ ਗਿਆਨ ਨੂੰ ਰਿਕਾਰਡ ਕਰਨ ਦੀ ਪਾਵਰ ਤੁਹਾਡੇ ਸਬਕੌਂਸ਼ੀਅਸ ਮਾਈਂਡ ਵਿੱਚ ਹੁੰਦੀ ਹੈ। ਜਦੋਂ ਤੁਹਾਡੇ ਸਬਕੌਂਸ਼ੀਅਸ ਮਾਈਂਡ ਨੂੰ ਤੁਹਾਡੇ 7 ਚੱਕਰਾਂ ਦਾ ਅਤੇ ਤੁਹਾਡੇ 7 ਸਰੀਰਾਂ ਦਾ ਗਿਆਨ ਹੋ ਜਾਂਦਾ ਹੈ, ਤੁਸੀਂ ਆਪਣੇ ਅੰਦਰੂਨੀ ਸੂਖਮ ਸਿਸਟਮ ਨੂੰ ਸਮਝਣ ਲੱਗ ਜਾਂਦੇ ਹੋ। ਉਦੋਂ ਇਹ ਸਾਰੀ ਜਾਣਕਾਰੀ ਤੁਹਾਡਾ ਚੇਤਨ ਮਨ ਕੌਨਸ਼ੀਅਸ ਮਾਈਂਡ ਉੱਥੋਂ ਕੱਢ ਲੈਂਦਾ ਹੈ ਤੇ ਇਸ ਗਿਆਨ ਨੂੰ ਦੱਸਿਆ ਜਾ ਸਕਦਾ ਹੈ। ਪਰ ਜੇਕਰ ਤੁਸੀਂ ਆਪਣੀ ਉਤਪੱਤੀ ਦੇ ਹੀ ਗਿਆਨ ਨੂੰ, ਆਤਮ ਗਿਆਨ ਨੂੰ ਸਮਝਣ ਲੱਗ ਗਏ ਤਾਂ ਇਹ ਤੁਹਾਡੀ ਭੁੱਲ ਤੇ ਗਲਤੀ ਹੈ। ਜੇਕਰ ਤੁਸੀਂ ਆਪਣੀ ਉਤਪੱਤੀ ਨੂੰ ਸਮਝ ਗਏ ਤਾਂ ਤੁਸੀਂ ਇਸ ਸੰਸਾਰ ਦੀ ਉਤਪੱਤੀ ਦੀ ਰਚਨਾ ਨੂੰ ਸਮਝ ਸਕੋਗੇ। ਨਾਰਮਲੀ ਇਹੋ ਜਿਹਾ ਗਿਆਨ ਤੁਹਾਨੂੰ ਬਹੁਤ ਉੱਚੀ ਸ਼ੌਹਰਤ ਤੇ ਪਦਵੀ ਦੇ ਸਕਦਾ ਹੈ, ਪਰ ਇਹ ਸਭ ਗਿਆਨ ਨਾਲ ਆਤਮ ਗਿਆਨ ਹੋਣਾ ਇੰਪੋਸੀਬਲ ਹੈ, ਕਿਉਂਕਿ ਆਮ ਤੌਰ ਤੇ ਅਭਿਆਸੀ ਇੱਥੇ ਹੀ ਫਸ ਜਾਂਦੇ ਹਨ। ਉਹ ਇੱਥੇ ਪਹੁੰਚ ਕੇ ਹੀ ਗੁਰੂ ਜਾਂ ਬਾਬੇ ਬਣ ਜਾਂਦੇ ਹਨ ਤੇ ਉਸ ਨੂੰ ਜੋ ਗਿਆਨ ਮਿਲਿਆ ਹੁੰਦਾ ਹੈ ਉਸ ਨੂੰ ਸਮਾਜ ਵਿੱਚ ਵੰਡਣਾ ਸ਼ੁਰੂ ਕਰ ਦਿੰਦੇ ਹਨ ਅਤੇ ਗਿਆਨ ਵੰਡਦੇ ਉਹਨਾਂ ਵਿੱਚ ਸੂਖਮ ਅਹੰਕਾਰ ਹਉਮੈ ਦਾ ਜਨਮ ਹੋ ਜਾਂਦਾ ਹੈ। ਇਹੀ ਗਿਆਨ ਹੀ ਉਸ ਲਈ ਰੁਕਾਵਟ ਬਣ ਜਾਂਦਾ ਹੈ ਅਤੇ ਇਹ ਗਿਆਨ ਛੱਡਣ ਦੀ ਹਿੰਮਤ ਲੱਖਾਂ ਕਰੋੜਾਂ ਵਿੱਚੋਂ ਕੋਈ ਵਿਰਲਾ ਹੀ ਕਰ ਸਕਦਾ ਹੈ। ਮਤਲਬ ਤੁਸੀਂ ਉੱਥੇ ਗਿਆਨ ਵੀ ਨਹੀਂ ਲੈ ਕੇ ਜਾ ਸਕਦੇ, ਗਿਆਨ ਵੀ ਛੱਡਣਾ ਪਵੇਗਾ, ਤਾਂ ਹੀ ਸਿਰਫ ਆਤਮ ਗਿਆਨ ਰਹਿ ਜਾਏਗਾ। ਗਿਆਨ ਦਾ ਖਤਮ ਹੋਣਾ ਵੀ ਅਤ ਜ਼ਰੂਰੀ ਹੈ। ਆਤਮ ਗਿਆਨ ਦੇ ਰਸਤੇ ਵਿੱਚ ਤੁਹਾਡੀਆਂ ਕੁਝ ਮਾਨਤਾਵਾਂ ਹੋਣਗੀਆਂ, ਜਿੱਦਾਂ ਕਿ ਮੈਂ ਇੱਕ ਗਿਆਨੀ ਮਨੁੱਖ ਹਾਂ, ਮੈਂ ਬਹੁਤ ਕੁਝ ਜਾਣਦਾ ਹਾਂ। ਸੰਗਤ ਜੀ, ਆਪਣੇ ਆਪ ਨੂੰ ਗਿਆਨੀ ਪੁਰਖ ਸਮਝਣਾ ਜਾਂ ਮੈਨੂੰ ਸਭ ਕੁਝ ਪਤਾ ਹੈ, ਇਹੀ ਉਸ ਅਣਜਾਣੇ ਨੂੰ ਸਮਝਣ ਵਿੱਚ ਰੁਕਾਵਟ ਹੁੰਦੀ ਹੈ। ਕਿ ਤੁਹਾਨੂੰ ਪਤਾ ਹੈ, ਉਸ ਅਸਲ ਸੱਚਾਈ ਪਰਮ ਸੱਚ ਦੇ ਬਾਰੇ ਇੱਕ ਗੱਲ ਆਖੀ ਗਈ ਹੈ ਕਿ ਉਸ ਨੂੰ ਕਦੇ ਵੀ ਪੂਰਨ ਤੌਰ ਤੇ ਜਾਣਿਆ ਹੀ ਨਹੀਂ ਜਾ ਸਕਦਾ। ਉਸ ਨੂੰ ਤੁਸੀਂ ਜਿੰਨਾ ਮਰਜ਼ੀ ਸਮਝੀ ਜਾਓ, ਉਹ ਅਣਜਾਣ ਹੀ ਰਹਿ ਜਾਂਦਾ ਹੈ। ਐਦਾਂ ਇਸ ਲਈ ਕਿਹਾ ਗਿਆ ਹੈ ਕਿ ਉਸ ਅਣਜਾਣੇ ਨੂੰ ਜਾਣਨ ਲਈ ਸਭ ਜਾਣਨ ਵਾਲਿਆਂ ਦੀ ਗੈਰ ਹਾਜ਼ਰੀ ਹੋਣਾ ਜ਼ਰੂਰੀ ਹੈ। ਜਦੋਂ ਕੋਈ ਜਾਣਨ ਵਾਲਾ ਹੀ ਨਹੀਂ ਰਹਿ ਗਿਆ ਤਾਂ ਭਲਾ ਉਸ ਨੂੰ ਪੂਰਨ ਤੌਰ ਤੇ ਕਿਵੇਂ ਜਾਣਿਆ ਜਾ ਸਕਦਾ ਹੈ? ਤਾਂ ਆਤਮਾ ਦੇ ਤਜਰਬੇ ਜਿਹਾ ਕੁਝ ਰਹਿ ਵੀ ਨਹੀਂ ਗਿਆ, ਉੱਥੇ ਕੋਈ ਵੀ ਤਜਰਬਾ ਨਹੀਂ ਹੈ। ਜੇਕਰ ਤੁਸੀਂ ਤਜਰਬਾ ਲੈਣ ਲਈ ਉਤਸੁਕ ਹੋ ਤੇ ਤੁਸੀਂ ਆਪਣਾ ਇਹ ਭੁਲੇਖਾ ਛੱਡ ਦੇਵੋ ਕਿ ਤੁਹਾਨੂੰ ਉੱਥੇ ਕੋਈ ਅਨੁਭਵ ਹੋਏਗਾ, ਕਿਉਂਕਿ ਤੁਸੀਂ ਜੋ ਵੀ ਤਜਰਬੇ ਕਰਦੇ ਹੋ ਜਾਂ ਇਸ ਦੁਨੀਆ ਵਿੱਚ ਜੋ ਵੀ ਤਜਰਬੇ ਕੀਤੇ ਜਾ ਸਕਦੇ ਹਨ, ਉਹ ਸਭ ਤੁਹਾਡੇ ਮਨ, ਦਿਮਾਗ ਅਤੇ ਅਵਚੇਤਨ ਮਨ ਦੇ ਹਨ, ਜਿਨ੍ਹਾਂ ਨੂੰ ਲੈ ਕੇ ਤੁਸੀਂ ਆਤਮ ਗਿਆਨ ਤੱਕ ਨਹੀਂ ਪਹੁੰਚ ਸਕਦੇ। ਆਸ ਹੈ ਕਿ ਤੁਹਾਨੂੰ ਤੁਹਾਡੇ ਸਵਾਲਾਂ ਦਾ ਜਵਾਬ ਸਾਡੇ ਤੁੱਛ ਗਿਆਨ ਨਾਲ ਮਿਲਿਆ ਹੋਵੇਗਾ ਤੇ ਜੇਕਰ ਸਾਡੀ ਵਿਚਾਰ ਤੁਹਾਨੂੰ ਥੋੜੀ ਜਿਹੀ ਵੀ ਸਮਝ ਆਈ ਹੋਵੇ ਤਾਂ ਸਾਡੀਆਂ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਜ਼ਰੂਰ ਸ਼ੇਅਰ ਅਤੇ ਲਾਈਕ ਕਰਿਓ। ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।